ਹੈ ਬਿਗਨ ਬਿਨਾਸਨ ਸੋਏ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ, ਹਰ ਨਾਮ ਉਚਾਰ ਹਿਰਦੈ ਧਰੀਏ। ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ, ਹਰ ਨਾਮ ਉਚਾਰ ਹਿਰਦੈ ਧਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਜਿਵੇਂ ਮੁਨਾਫਕ ਦੇਸ਼ ਦੇ ਲੋਕਾਂ ਨੂੰ, ਉਹਨਾਂ ਭੋਲੇ ਭਾਲੇ ਲੋਕਾਂ ਨੂੰ ਨਿਹਾਲ ਕਰ ਰਹੇ ਹਨ ਅਤੇ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਲਾ ਰਹੇ ਹਨ। ਆਓ ਜੀ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਭਾਈ ਜਿਹੜਾ ਜ਼ਿਮੀਂਦਾਰੇ ਦਾ ਕੰਮ ਹੈ ਨਾ, ਇਹ ਹੱਥਾਂ ਦੇ ਨਾਲ ਕਰੋ ਅਤੇ ਜੋ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨਾ ਕਰੋ ਜੀ। ਹਰ ਨਾਮ ਉਚਾਰ ਹਿਰਦੈ ਧਰੀਏ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹਿਰਦੇ ਦੇ ਵਿੱਚ ਉਚਾਰਨ ਕਰੋ, ਪਰਮਾਤਮਾ ਦਾ ਨਾਮ ਉਚਾਰਨ ਕਰੋ ਅਤੇ ਹਿਰਦੇ ਦੇ ਵਿੱਚ ਸਦਾ ਵਾਸਤੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੋ ਜੀ। ਬਰਖਾ ਹਿਤ ਜਾਚੋ ਬੰਦ ਕਰਮ। ਮੀਂਹ ਪੈ ਜਾਵੇ, ਇਸ ਕਰਕੇ ਦੋਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਨਾ ਕਰੋ ਜੀ। ਬਹੁ ਨੀਰ ਪਰੈ ਹੋਏ ਖੇਤ ਧਰਮ। ਤੁਹਾਡੇ ਖੇਤਾਂ ਦੇ ਵਿੱਚ ਭਾਵ ਕਿ ਧਰਤੀ ਦੇ ਉੱਪਰ ਬਹੁਤਾ ਜ਼ਿਆਦਾ ਜਲ ਵਰਖੇਗਾ ਜਦੋਂ ਤੁਸੀਂ ਚਿੱਤ ਬਿਰਤੀਆਂ ਇਕਾਗਰ ਕਰਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਓਗੇ, ਉਹ ਪਰਮਾਤਮਾ ਨੂੰ ਯਾਦ ਕਰੋਗੇ ਸੁੱਧ ਹਿਰਦੇ ਦੇ ਨਾਲ। ਧਾਰੇ ਆਇਸ ਸੀਸ ਚੱਲੇ ਸਭ ਹੀ। ਤਦੋਂ ਸਤਿਗੁਰੂ ਜੀ ਦੀ ਆਗਿਆ ਲੈ ਕੇ ਤੇ ਸਾਰੇ ਹੀ ਬੜੀ ਭਾਵਨਾ ਦੇ ਸਹਿਤ ਚੱਲੇ ਨੇ। ਬਾਰ ਬੀਜ ਬਯੋ ਹਲ ਤੇ ਤਬ ਹੀ। ਬੜੇ ਚੰਗੇ ਤਰੀਕੇ ਦੇ ਨਾਲ ਜਿਹੜਾ ਚੰਗਾ ਬੀਜ ਸੀ ਨਾ, ਉਹ ਧਰਤੀ ਦੇ ਵਿੱਚ ਬੀਜ ਦੇਣਾ ਕੀਤਾ ਹੈ। ਪਹਿਲਾਂ ਚੰਗੀ ਤਰ੍ਹਾਂ ਖੇਤ ਨੂੰ ਸਵਾਰਿਆ, ਘਾਹ ਆਦਿਕ ਕੱਢ ਕੇ ਅਤੇ ਚੰਗੇ ਤਰੀਕੇ ਦੇ ਨਾਲ ਜੋ ਖੇਤੀ ਬੀਜ ਦੇਣਾ ਕੀਤੀ ਹੈ, ਭਾਵ ਕਿ ਬੀਜ ਦਿੱਤਾ ਹੈ। ਭਲ ਖੇਤ ਉਗੇ ਹਰਿਆਵਲ ਸੋ। ਤੋ ਜਦੋਂ ਸਤਿਗੁਰੂ ਜੀ ਨੇ ਦਇਆ ਕੀਤੀ, ਦੂਜੇ ਦਿਨ ਆਏ ਤੇ ਭਲੀ ਪ੍ਰਕਾਰ ਜੋ ਜਿਹੜੀ ਖੇਤੀ ਹੈ, ਜਿਹੜੀ ਫਸਲ ਬੀਜੀ ਸੀ, ਬੀਜ ਬੀਜਿਆ ਸੀ, ਉਹ ਹਰਿਆ ਭਰਿਆ ਹੋ ਆਇਆ ਹੈ। ਗੁਰ ਸ਼ੋਕ ਨਸਿਓ ਸਰਬ ਤਾਵਲ ਸੋ। ਬੜੇ ਉਤਾਵਲੇ ਹੋਏ ਅਤੇ ਸ਼ਰਧਾ ਹਿਰਦੇ ਦੇ ਵਿੱਚ ਵੱਧ ਗਈ। ਜਿਹੜਾ ਸੋਗ ਸੀ ਹਿਰਦੇ ਦੇ ਵਿੱਚ, ਦੁੱਖ ਸੀ, ਉਹ ਨਾਸ ਹੋ ਗਿਆ। ਸਮਰੱਥ ਬੜੋ ਕਹਿ ਸੰਤ ਭਲੋ। ਕਹਿਣ ਲੱਗੇ ਕਿ ਇਹ ਸੰਤ ਜੀ ਜੋ ਆਏ ਨੇ ਨਾ ਸਾਡੇ ਨਗਰ ਦੇ ਵਿੱਚ, ਇਹ ਬੜੇ ਵੱਡੇ ਸਮਰੱਥ ਹਨ, ਜੋ ਬਚਨ ਕਰਨ ਉਹ ਪੂਰਾ ਹੁੰਦਾ ਹੈ। ਇਸ ਆਇਸ ਕੇ ਅਨੁਸਾਰ ਚੱਲੋ। ਇਹਨਾਂ ਦੀ ਆਗਿਆ ਦੇ ਅਨੁਸਾਰ ਹੀ ਚੱਲਣਾ ਕਰੋ ਜੀ। ਬਰਖਾ ਬਿਦ ਬੂਝਨ ਕੀਨ ਜਬੈ। ਤਦੋਂ ਵਰਖਾ ਕਿਹੜੇ ਤਰੀਕੇ ਦੇ ਨਾਲ ਪਵੇ, ਉਹ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਨੇ ਕਿ ਸਤਿਗੁਰੂ ਜੀ ਉਹ ਹੁਣ ਕਿਰਪਾ ਕਰੋ, ਇਹ ਖੇਤੀ ਤਾਂ ਉੱਗ ਗਈ ਹੈ, ਖੇਤੀ ਉੱਗ ਕੇ ਤਿਆਰ ਹੋ ਗਈ ਹੈ, ਇਹ ਖੇਤੀ ਨੂੰ ਹਰੀ ਭਰੀ ਰੱਖਣ ਵਾਸਤੇ ਮੀਂਹ ਕਿਵੇਂ ਪਵੇ, ਇਹ ਦੱਸ ਦੇਣਾ ਕਰੋ ਜੀ ਕਿਰਪਾ ਕਰਕੇ। ਗੁਰ ਨਾਨਕ ਵਾਕ ਉਚਾਰ ਤਬੈ। ਤਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਬਿਦ ਸੰਗ ਤੇ ਹਾਵਲ ਕੋ ਕਰੀਏ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਵਿਧੀ ਦੇ ਨਾਲ, ਮਰਿਆਦਾ ਦੇ ਨਾਲ
ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ। ਸਤਨਾਮ ਗੁਰੂ ਹਿਰਦੈ ਧਰਿਏ। ਸਤਨਾਮ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੋ ਜੀ। ਸਭ ਸੰਗਤ ਹੋ ਇਕ ਥਾਂ ਜਬੈ। ਸਾਰੀ ਸੰਗਤ ਇੱਕ ਥਾਂ ਤੇ ਇਕੱਤਰ ਹੋਵੋ। ਕਰ ਬੰਦ ਕਰੋ ਅਰਦਾਸ ਤਬੈ। ਦੋਨੇ ਹੱਥ ਜੋੜ ਕੇ ਬੜੀ ਭਾਵਨਾ ਦੇ ਸਹਿਤ ਸ਼ਰਧਾ ਦੇ ਨਾਲ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਰੋ ਸਾਰੇ ਇਕੱਤਰ ਹੋ ਕੇ। ਬਰਖਾ ਪੁਨ ਜਾਚੋ ਦੀਨ ਮਨੰ। ਤੋ ਮਾਨ ਦੀਨ ਕਰਕੇ ਅਧੀਨਤਾ ਦੇ ਸਹਿਤ ਹੋ ਕੇ ਨਿਮਰਤਾ ਪ੍ਰੇਮ ਭਾਵਨਾ ਸ਼ਰਧਾ ਦੇ ਸਹਿਤ ਹੋ ਕੇ ਅਰਦਾਸ ਬੇਨਤੀ ਕਰੋ ਸਾਰੇ ਜੁੜ ਕੇ। ਤੇ ਵਰਖਾ ਪੈ ਜਾਵੇ ਮੀਂਹ ਪੈ ਜਾਵੇ। ਇਹ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੋ ਜੀ। ਬਹੁ ਨੀਰ ਪਰੈ ਹੋਏ ਖੇਤ ਅਨੰਗ। ਤੋ ਬਹੁਤਾ ਜ਼ਿਆਦਾ ਜਦੋਂ ਜਲ ਵਰਖੇਗਾ ਨਾ ਤੇ ਫਿਰ ਬਹੁਤਾ ਜ਼ਿਆਦਾ ਜਦੋਂ ਮੀਂਹ ਪਿਆ ਤੇ ਫਿਰ ਮਨ ਭਾਉਂਦੀ ਖੇਤੀ ਪੈਦਾ ਹੋਵੇਗੀ। ਪੈਦਾਵਾਰ ਬਹੁਤੀ ਜ਼ਿਆਦੀ ਹੋਵੇਗੀ। ਫਿਰ ਸੁਨ ਸੋਬਿਦ ਕੀਨ ਮਿਲੇ ਤਬ ਹੀ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਮਝਾਇਆ, ਸਾਰੇ ਲੋਕ ਇਕੱਠੇ ਹੋਏ ਤੋ ਬੜੀ ਮਰਿਆਦਾ ਦੇ ਸਹਿਤ ਬਾਣੀ ਪੜ੍ਹ ਕੇ ਨਾਮ ਜਪ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਕਹੇ ਅਨੁਸਾਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਬਾਕੀ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੀ ਰਹੀ ਹੈ। ਦੇਗ ਜਦੋਂ ਠੰਡੀ ਕਰ ਲਈਏ ਭੋਗ ਲਵਾਉਣ ਦੇ ਯੋਗ ਹੋ ਗਈ ਤੇ ਉਸ ਸਮੇਂ ਸਾਰਿਆਂ ਨੇ ਮਿਲ ਕੇ ਭਾਵਨਾ ਦੇ ਸਹਿਤ ਅਰਦਾਸ ਬੇਨਤੀ ਕੀਤੀ। ਕਰਤਾ ਰਹਿ ਨਾਮ ਜਪੈ ਸਭ ਹੀ। ਸਾਰੇ ਹੀ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਭਾਵਨਾ ਦੇ ਸਹਿਤ ਹੋ ਕੇ। ਅਰਦਾਸ ਤਿਹਾਵਲ ਕੀ ਕਰਕੇ। ਤਦੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕੀਤੀ ਹੈ। ਪੁਨ ਸੀਸਨ ਕੋ ਧਰਨੀ ਧਰ ਕੇ। ਤੋ ਜਦੋਂ ਅਰਦਾਸ ਬੇਨਤੀ ਕਰਕੇ ਸਮਾਪਤੀ ਕੀਤੀ ਹੈ ਫਤਿਹ ਬੁਲਾਈ ਹੈ ਤੋ ਉਸ ਸਮੇਂ ਜਦੋਂ ਧਰਤੀ ਦੇ ਉੱਪਰ ਸੀਸ ਲਾ ਕੇ ਸਿਰ ਚੱਕਿਆ ਹੈ ਬਰਖਾ ਬਹੁ ਜਾਚਨ ਕੀਨ ਸਬੈ। ਤੋ ਸਾਰਿਆਂ ਨੇ ਇਹੋ ਹੀ ਬੇਨਤੀ ਕੀਤੀ ਕਿ ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰੋ ਮੀਂਹ ਬਹੁਤਾ ਜ਼ਿਆਦਾ ਪਵੇ ਜਿਸ ਕਰਕੇ ਸਾਡੀ ਖੇਤੀ ਬੀਜੀ ਹੋਈ ਖੇਤੀ ਪ੍ਰਫੁੱਲਤ ਹੋਵੇ। ਕਨ ਘੋਰ ਉਠੇ ਕਨ ਘੋਰ ਤਬੈ। ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਉਸੇ ਹੀ ਵੇਲੇ ਬਹੁਤੇ ਜ਼ਿਆਦੇ ਬੱਦਲ ਉੱਠਣ ਲੱਗੇ ਨੇ। ਤੇ ਕਾਲ ਸੁਬਾਂਛਤ ਨੀਰ ਪਰਿਓ। ਤੋ ਉਸ ਸਮੇਂ ਮਨ ਭਾਉਂਦਾ ਮੀਂਹ ਪੈ ਗਿਆ ਹੈ ਧਰਤੀ ਦੇ ਉੱਪਰ। ਸਭ ਦੇਸ਼ ਦੁਕਾਲ ਅਤੰਕ ਰਹਿਓ। ਸਾਰੇ ਦੇਸ਼ ਦੇ ਵਿੱਚ ਜਿਹੜਾ ਦੁਰਭੇਸ਼ ਪੈ ਰਿਹਾ ਸੀ ਭਾਵ ਕਿ ਕਾਲ ਦਾ ਸਮਾਂ ਆ ਗਿਆ ਸੀ ਤੇ ਉਹ ਟਲ ਗਿਆ ਹੈ। ਹੁਣ ਕਹਿਣ ਤੋਂ ਭਾਵ ਕਿ ਕਾਲ ਪੈਣ ਵਾਲਾ ਮਾਹੌਲ ਜਿਹੜਾ ਬਣ ਗਿਆ ਸੀ ਨਾ ਉਹ ਟਲ ਗਿਆ ਹੈ। ਸੁਣ ਕੇ ਮਹਿਮਾ ਮਹਿਪਾਲਕ ਸੋ। ਤੋ ਜਿਹੜਾ ਰਾਜਾ ਹੈ ਉਹਨੇ ਸਤਿਗੁਰੂ ਜੀ ਦੀ ਮਹਿਮਾ ਸੁਣੀ ਹੈ। ਕਰ ਆਵਨ ਤਾ ਤਤਕਾਲਕ ਸੋ। ਤੋ ਬੜੀ ਛੇਤੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਰਾਜਾ ਹੈ ਨਾ ਉਹ ਆ ਗਿਆ। ਬਹੁ ਭੇਟ ਲਏ ਭਟ ਭੀਰ ਵੱਡੀ। ਬਹੁਤੀਆਂ ਜ਼ਿਆਦੀਆਂ ਭੇਟਾਵਾਂ ਲੈ ਕੇ ਆਇਆ ਤੇ ਉਹਦੇ ਨਾਲ ਅਹਿਲਕਾਰ ਸੂਰਮੇ ਸਿਪਾਹੀ ਵੀ ਨੇ। ਸ਼ਰਦਾ ਔਰ ਆਨ ਵਧੀਕ ਗੱਡੀ। ਬਹੁਤੀ ਜ਼ਿਆਦੀ ਸ਼ਰਧਾ ਉਹਦੇ ਹਿਰਦੇ ਦੇ ਵਿੱਚ ਉਤਪਨ ਹੋਈ ਹੈ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਨਮਸਕਾਰ ਕੀਤੀ ਢਹਿ ਪਿਆ ਹੈ ਗੁਰੂ ਕੇ ਚਰਨਾਂ ਦੇ ਉੱਪਰ ਉਹ ਰਾਜਾ। ਕਰੁਣਾ ਕਰ ਰਾਜਤ ਥਾਏ ਜਹਾਂ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਜੋ ਰਾਜ ਮਹਿਲ ਹੈ ਨਾ ਉਥੇ ਕਿਰਪਾ ਕਰਕੇ ਚਰਨ ਪਾਓ ਜੀ। ਪਹੁੰਚਿਓ ਚਿਤ ਚਾਹਿ ਕਰੰਤ ਤਹਾਂ। ਤੋ ਸਤਿਗੁਰੂ ਜੀ ਦੇ ਪਾਸ ਪਹੁੰਚਿਆ ਹੈ ਰਾਜਾ। ਮਨ ਦੀਨ ਭਇਓ ਅਸ਼ਟਾਂਗ ਕਰੀ। ਤੋ ਮਨ ਦੇ ਵਿੱਚ ਦੀਨ ਹੋ ਕੇ ਅਸ਼ਟਾਂਗ ਬੰਧਨ ਕੀਤੀ ਹੈ। ਅਸ਼ਟਾਂਗ 8 ਅੰਗ ਲਾ ਕੇ ਨਮਸਕਾਰ ਕਰਨੀ। ਮੱਥਾ, ਗੋਡੇ, ਕੂਹਣੀਆਂ ਅਤੇ ਪੈਰ ਤਾਂ ਧਰਤੀ ਦੇ ਉੱਪਰ ਲੱਗੇ ਹੀ ਹੁੰਦੇ। ਤੋ ਇਸ ਪ੍ਰਕਾਰ ਡੰਡੇ ਵੱਤ ਸਿੱਧਾ ਹੋ ਕੇ ਛਾਤੀ ਵੀ ਜੋ ਧਰਤੀ ਦੇ ਉੱਪਰ ਲਾ ਦੇਣੀ। ਤੋ ਕਹਿਣ ਤੋਂ ਭਾਵ ਕਿ ਡੰਡੇ ਵੱਤ ਸਿੱਧਾ ਹੋ ਕੇ ਡੰਡੌਤ ਬੰਧਨ ਵੀ ਕਹਿੰਦੇ ਨੇ
ਤੇ ਅਸ਼ਟਾਂਗ ਬੰਦਨ ਵੀ ਕਹਿੰਦੇ ਨੇ। 8 ਅੰਗ ਲਾ ਕੇ ਧਰਤੀ ਦੇ ਉੱਪਰ ਤੇ ਆਪਣਾ ਆਪ ਸਮਰਪਿਤ ਕਰ ਦੇਣਾ ਗੁਰੂ ਦੇ ਅੱਗੇ। ਰਾਜੇ ਨੇ ਸਭ ਕੁਝ ਸਤਿਗੁਰੂ ਜੀ ਦੇ ਚਰਨਾਂ ਕਮਲਾਂ 'ਚ ਸਮਰਪਿਤ ਕਰ ਦਿੱਤਾ ਹੈ। ਬਹੁ ਬੈਨ ਬਿਨੈ ਪਨ ਹੰ ਜੋ ਹਰੀ ਜੋ ਜਰੀ। ਤੋ ਗੁਰੂ ਕੇ ਸਿੱਖੋ ਬਹੁਤ ਜ਼ਿਆਦੀ ਬੇਨਤੀ ਕਰਦਾ ਹੈ ਨਿਮਰਤਾ ਦੇ ਸਹਿਤ, ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਮੇਰੀ ਜਿਹੜੀ ਹੰਗਤਾ ਹੈ ਨਾ ਉਹ ਆਪ ਜੀ ਨੇ ਸਾੜ ਦਿੱਤੀ ਹੈ। ਪਰ ਕਹਿਣ ਤੋਂ ਭਾਵ ਕਿ ਮੈਂ ਹੀ ਰੱਬ ਬਣ ਕੇ ਬੈਠਾ ਹੋਇਆ ਸੀ ਤੇ ਤੁਸੀਂ ਇਹਨਾਂ ਲੋਕਾਂ ਨੂੰ ਗਿਆਨ ਕਰਵਾਇਆ ਤੇ ਕੁਦਰਤ ਦੇ ਵਿੱਚੋਂ ਹੀ ਕਾਦਰ ਦੇ ਦਰਸ਼ਨ ਕਰਵਾ ਦਿੱਤੇ ਨੇ। ਤੁਮ ਸੰਤ ਸੰਪੂਰਨ ਜੋਤ ਕਲਾ। ਤੋ ਆਪ ਜੀ ਸੰਪੂਰਨ ਸੰਤ ਹੋ ਅਤੇ ਬਹੁਤੀਆਂ ਜ਼ਿਆਦੀਆਂ ਕਲਾ ਸ਼ਕਤੀਆਂ ਨੇ ਆਪ ਜੀ ਦੇ ਵਿੱਚ। ਉਪਦੇਸ਼ ਦਿਜੈ ਨਿਜ ਹੋਏ ਭਲਾ। ਤੋ ਸਾਡਾ ਜਿਸ ਕਰਕੇ ਭਲਾ ਹੋਵੇ ਐਵੇਂ ਸਾਨੂੰ ਉਪਦੇਸ਼ ਦੇਣਾ ਕਰੋ ਜੀ ਕਿਰਪਾ ਕਰਕੇ। ਅਨਜਾਨ ਪਨੇ ਮਹਿ ਦੇਸ਼ ਸਭੈ। ਅਣਜਾਣ ਪੁਣੇ ਦੇ ਵਿੱਚ ਹੀ ਸਾਰਾ ਦੇਸ਼ ਅਧੋਗਤੀ ਜੂ ਜਾ ਰਿਹਾ ਸੀ, ਨਰਕਾਂ ਨੂੰ ਹੀ ਜਾ ਰਹੇ ਸੀ ਅਸੀਂ ਪਰਮਾਤਮਾ ਦੇ ਨਾਮ ਤੋਂ ਬਿਨਾ। ਕਰਤਾਰ ਨਾ ਜਾਣਹਿ ਕੌਣ ਕਬੈ। ਕਰਤਾਰ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਜਾਣਦੇ ਹੀ ਨਹੀਂ ਸੀ ਕੌਣ ਹੈ ਤੇ ਕਿੱਥੇ ਵਸਦਾ ਹੈ ਉਹ ਪਰਮਾਤਮਾ। ਵਰਖਾ ਮਗਵਾ ਜਪਤੇ ਜਬ ਹੀ। ਤੋ ਜਦੋਂ ਵਰਖਾ ਦੀ ਲੋੜ ਪੈਂਦੀ ਸੀ, ਮੀਂਹ ਦੀ ਲੋੜ ਪੈਂਦੀ ਸੀ ਤੇ ਇੰਦਰ ਦੇ ਮੰਤਰ ਪੜ੍ਹ ਕੇ ਮੈਂ ਪਵਾ ਦਿਆ ਕਰਦਾ ਸੀ ਪਹਿਲਾਂ। ਬਹੁ ਹੋਏ ਪਕੈ ਕ੍ਰਿਸ਼ ਜੋ ਸਭ ਹੀ। ਤੋ ਆਪ ਜੀ ਨੇ ਹੁਣ ਕਿਰਪਾ ਕੀਤੀ ਹੈ, ਆਪ ਜੀ ਨੇ ਕਿਰਪਾ ਕਰਕੇ ਮੀਂਹ ਬਹੁਤਾ ਜ਼ਿਆਦਾ ਪਵਾਇਆ ਤੇ ਹੁਣ ਜਿਹੜੀ ਖੇਤੀ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੋਵੇਗੀ ਸਾਡੇ ਦੇਸ਼ ਦੇ ਵਿੱਚ। ਇਹ ਰੀਤ ਪਰੰਪਰ ਦੇਸ਼ ਵਿਖੈ। ਇਹ ਪਹਿਲਾਂ ਤੋਂ ਹੀ ਪਰੰਪਰਾ ਬਣੀ ਹੋਈ ਸੀ, ਰੀਤੀ ਬਣੀ ਹੋਈ ਸੀ ਦੇਸ਼ ਦੇ ਵਿੱਚ ਕਿ ਜਦੋਂ ਮੀਂਹ ਦੀ ਲੋੜ ਪਵੇ ਉਸ ਸਮੇਂ ਇੰਦਰ ਦੇ ਮੰਤਰ ਪੜ੍ਹ ਕੇ ਤੇ ਮੀਂਹ ਪਵਾ ਲੈਂਦਾ ਸੀ ਮੈਂ। ਪਰ ਆਪ ਜੀ ਨੇ ਹੁਣ ਕਿਰਪਾ ਕੀਤੀ। ਤੁਮ ਆਨ ਹਟਾਵਨ ਕੀਨ ਲਖੈ। ਉਹ ਜਿਹੜੀ ਪਹਿਲਾਂ ਰੀਤੀ ਪ੍ਰਚਲਿਤ ਸੀ ਨਾ ਉਹ ਆਪ ਜੀ ਨੇ ਹਟਾ ਦਿੱਤੀ ਹੈ ਕਿਰਪਾ ਕਰਕੇ। ਅਬ ਜੋ ਬਿਦ ਦੇਹੋ ਬਤਾਏ ਹਮੈ। ਹੁਣ ਜੋ ਤਰੀਕਾ ਆਪ ਦੱਸੋਗੇ ਨਾ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦਾ, ਉਸੇ ਤਰੀਕੇ ਦੇ ਨਾਲ ਪ੍ਰਮਾਤਮਾ ਦੀ ਭਗਤੀ ਕਰਾਂਗੇ ਅਸੀਂ। ਮਿਲ ਸੋ ਕਰ ਹੀ ਅਨੁਸਾਰ ਸਮੈ। ਆਪ ਜੀ ਦੇ ਅਨੁਸਾਰ ਹੀ ਹੋ ਕੇ, ਆਪ ਜੀ ਦੇ ਅਧੀਨ ਹੋ ਕੇ ਉਸੇ ਹੀ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਕਰਾਂਗੇ ਅਸੀਂ। ਜਿਹ ਤੇ ਸੁਖ ਪਾਵਹਿ ਲੋਕ ਸਭੈ। ਜਿਸ ਭਗਤੀ ਕਰਕੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਕੇ ਬਹੁਤਾ ਜ਼ਿਆਦਾ ਭਾਰੀ ਸੁਖ ਪ੍ਰਾਪਤ ਹੋਵੇਗਾ ਸਾਨੂੰ। ਪਰ ਲੋਕ ਹੈ ਹੋਹਿ ਅਬੈ। ਲੋਕ ਪਰਲੋਕ ਦੇ ਵਿੱਚ ਸਾਡਾ ਭਲਾ ਹੋਵੇਗਾ ਆਪ ਜੀ ਦੀ ਕਿਰਪਾ ਦੇ ਨਾਲ। ਲਿਖ ਕੈ ਮਹਿਮਾ ਗਰਦੀ ਤੁਮਰੀ। ਸਤਿਗੁਰੂ ਜੀ ਉਹ ਲੱਖ ਕੇ ਜਾਣ ਕੇ ਆਪ ਜੀ ਦੀ ਮਹਿਮਾ ਗਰਵੀ ਭਾਵ ਕੇ ਬਹੁਤੀ ਜ਼ਿਆਦੀ ਭਾਰੀ, ਬਹੁਤੀ ਜ਼ਿਆਦੀ ਵੱਡੀ ਮਹਿਮਾ ਆਪ ਜੀ ਦੀ ਜਾਣ ਕੇ ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਪ੍ਰਮਾਤਮਾ ਦੀ ਮਹਿਮਾ ਦੇ ਬਾਰੇ ਦੱਸ ਦਿੱਤਾ। ਮਤ ਹੋਏ ਰਹੀ ਦਿੜਤਾ ਹਮਰੀ। ਤੇ ਉਹ ਜੋ ਆਪ ਜੀ ਨੇ ਉਪਦੇਸ਼ ਦਿੱਤਾ ਹੈ ਨਾ ਉਹਦੇ ਉੱਪਰ ਹੀ ਸਾਡੀ ਮਤ ਦ੍ਰਿੜਤਾ ਦੇ ਸਹਿਤ ਪੱਕੀ ਹੋ ਗਈ ਹੈ। ਸ਼ਰਧਾ ਭਰ ਵਾਕ ਸੁਨੇ ਜਬ ਹੀ। ਜਦੋਂ ਸ਼ਰਧਾ ਦੇ ਨਾਲ ਭਰੇ ਹੋਏ ਬਚਨ ਆਪ ਜੀ ਦੇ ਮੁਖਾਰਬਿੰਦ ਤੋਂ ਸਰਵਣ ਕੀਤੇ ਨੇ ਅਸੀਂ। ਪਦ ਪਾਹੁਲ ਦੇਤ ਭਏ ਤਬ ਹੀ। ਜਦੋਂ ਸ਼ਰਧਾ ਦੇ ਸਹਿਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਬਚਨ ਸੁਣੇ, ਜਦੋਂ ਰਾਜਾ ਸਿੱਧਾ ਹੋ ਕੇ ਗੁਰੂ ਕੀ ਭਗਤੀ ਦੇ ਵਿੱਚ ਪ੍ਰਵੀਨ ਹੋ ਗਿਆ, ਗੁਰੂ ਕੀ ਭਗਤੀ ਦੇ ਵਿੱਚ ਲੱਗ ਗਿਆ ਤੇ ਫਿਰ ਬਾਕੀ ਲੋਕਾਂ ਨੇ ਆਪਣੇ ਆਪ ਹੀ ਲੱਗ ਜਾਣਾ ਸੀ। ਕਿਉਂਕਿ ਜਥਾ ਰਾਜਾ ਤਥਾ ਪ੍ਰਜਾ, ਜਿੱਧਰਲੇ ਪਾਸੇ ਨੂੰ ਰਾਜਾ ਤੁਰ ਪਿਆ ਪ੍ਰਜਾ ਦੇ ਲੋਕ ਉਸੇ ਪਾਸੇ ਨੂੰ ਤੁਰ ਪੈਂਦੇ ਨੇ। ਬਾਕੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਤੇ ਕਿਉਂ ਨਾ ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਕਾ ਉਪਦੇਸ਼ ਵਸਦਾ। ਤੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਰਿਆਂ ਨੇ ਗੁਰੂ ਕਾ ਉਪਦੇਸ਼ ਧਾਰਨ ਕੀਤਾ ਤੇ ਸਤਿਗੁਰੂ ਜੀ ਨੇ ਇਹ ਵਿਚਾਰ ਕੀਤੀ ਕਿ ਚਰਨ ਪਾਉਣ ਲੈਣ ਦੇ ਅਧਿਕਾਰੀ ਹੋ ਗਏ ਨੇ ਹੁਣ। ਉਪਦੇਸ਼ ਦਈਓ ਭਜੀਐ ਹਰ ਕੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਭਜਨ ਕਰਨਾ ਕਰੋ ਜੀ। ਸਤ ਸੰਗਤ ਪ੍ਰੇਮ ਕਰੋ ਉਰ ਕੋ। ਤੋ ਹਿਰਦੇ ਦੇ ਪ੍ਰੇਮ ਦੇ ਸਹਿਤ
ਧਰਮਸ਼ਾਲਾ ਦੇ ਵਿੱਚ ਇਕੱਤਰ ਹੋ ਕੇ ਸਤ ਸੰਗਤ ਕਰਨੀ ਹੈ। ਇਸ਼ਨਾਨ ਕਰੋ ਇੱਕ ਜਾਮ ਨਿਸਾ। ਜੋ ਪਹਿਰ ਰਾਤ ਰਹਿੰਦੀ ਹੋਇਆਂ ਗੁਰੂ ਕੇ ਸਿੱਖ ਨੇ ਇਸ਼ਨਾਨ ਕਰਨਾ ਹੈ। ਗੁਰੂ ਕੇ ਸਿੱਖ ਦਾ ਇਸ਼ਨਾਨ 12 ਵਜੇ ਤੋਂ ਬਾਅਦ ਹੀ ਪ੍ਰਾਰੰਭ ਹੋ ਜਾਂਦਾ ਹੈ। ਜਦੋਂ 12 ਤੋਂ ਉੱਪਰ ਟਾਈਮ ਹੋਣ ਲੱਗ ਪਿਆ, ਕੋਈ ਗੁਰੂ ਕਾ ਸਿੱਖ 12:30 ਵਜੇ, ਕੋਈ 1 ਵਜੇ, ਕੋਈ 2 ਵਜੇ, ਕੋਈ 2:30 ਵਜੇ, ਕੋਈ 3 ਵਜੇ ਇਸ਼ਨਾਨ ਕਰਦਾ ਹੈ। ਤੋ ਕਹਿਣ ਤੋਂ ਭਾਵ ਗੁਰਸਿੱਖਾਂ ਦਾ ਅੰਮ੍ਰਿਤ ਵੇਲਾ 12 ਵਜੇ ਤੋਂ ਬਾਅਦ 12-1 ਵਜੇ ਤੋਂ ਬਾਅਦ ਪ੍ਰਾਰੰਭ ਹੋ ਜਾਂਦਾ ਹੈ। ਪਹਿਰ ਰਾਤ ਰਹਿੰਦੀ ਹੋਇਆਂ ਗੁਰੂ ਕੇ ਸਿੱਖ ਇਸ਼ਨਾਨ ਪਾਨ ਕਰਦੇ ਨੇ। ਮਿਲ ਕੀਰਤ ਕੋ ਕਰ ਲੈ ਹੋ ਰਸਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਕਰੋ, ਜਸ ਗਾਓ। ਉਹ ਪਰਮਾਤਮਾ ਵਾਹਿਗੁਰੂ ਜੀ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸੁੱਚੇ ਬਸਤਰ ਧਾਰਨ ਕਰਕੇ, ਸਾਦੇ ਸੁੱਚੇ ਬਸਤਰ ਧਾਰਨ ਕਰਕੇ ਤੇ ਫਿਰ ਨਾਮ ਅਭਿਆਸ ਕਰੋ, ਗੁਰਬਾਣੀ ਦਾ ਨਿਤਨੇਮ ਕਰੋ। ਫਿਰ ਸੰਗਤ ਦੇ ਵਿੱਚ ਇਕੱਠੇ ਬੈਠ ਕੇ ਨਾਮ ਅਭਿਆਸ ਕਰੋ, ਕਥਾ ਕੀਰਤਨ ਸਰਵਣ ਕਰੋ ਜੀ। ਇਹ ਗੁਰੂ ਕੇ ਸਿੱਖ ਦਾ ਨਿਤਨੇਮ ਹੈ। ਸਤਿਗੁਰੂ ਜੀ ਨੇ ਸਿੱਖ ਦੀ ਝੋਲੀ ਦੇ ਵਿੱਚ ਭਗਤ ਜੋਗ ਪਾਇਆ ਹੈ। ਗੁਰੂ ਕਾ ਸਿੱਖ ਭਗਤ ਜੋਗ ਕਰਦਾ ਹੈ। ਕੋਈ ਪ੍ਰਾਣਾਯਾਮ ਕਰਦੇ ਨੇ, ਕੋਈ ਯੋਗ ਸਾਧਨਾ ਕਰਦੇ ਨੇ, ਕੋਈ ਹਠ ਯੋਗ ਕਰਦੇ ਨੇ। ਤੇ ਇਸ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਸਾਧੂ ਮਹਾਤਮਾ ਹਨ। ਪਰ ਸਤਿਗੁਰੂ ਜੀ ਨੇ ਬਚਨ ਕਹੇ ਕਿ ਵਿੱਚੇ ਗ੍ਰਸਤ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਗੁਰੂ ਕੇ ਸਿੱਖ ਨੇ ਗ੍ਰਸਤ ਮਾਰਗ ਦੇ ਵਿੱਚ ਰਹਿਣਾ ਤੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਧੰਦੇ। ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਨਾ, ਨਿਤਨੇਮ ਕਰਨਾ, ਸੰਗਤ ਦੇ ਵਿੱਚ ਕਥਾ ਕੀਰਤਨ ਸਰਵਣ ਕਰਨਾ, ਫਿਰ ਆਪਣੇ ਕੰਮ ਧੰਦੇ ਵੀ ਕਰਨੇ ਨੇ, ਸੰਸਾਰਕ ਫਰਜ਼ ਪੂਰੇ ਕਰਨੇ ਨੇ ਗੁਰੂ ਕੇ ਸਿੱਖ ਨੇ। ਤੋ ਇਸ ਪ੍ਰਕਾਰ ਇਹ ਮਰਿਆਦਾ ਦੇ ਵਿੱਚ ਰਹਿੰਦਿਆਂ ਹੋਇਆਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਤੋ ਬਹਿੰਦਿਆਂ ਉੱਠਦਿਆਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਦਾ ਵਾਸਤੇ ਧਿਆਉਣਾ ਕਰੇ ਗੁਰੂ ਕਾ ਸਿੱਖ। ਧਰਮਸਾਲ ਵਿਸਾਲ ਭਲੀ ਕਰੇ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਪ੍ਰਭੂ ਦੀ ਭਗਤੀ ਕਰਨ ਵਾਸਤੇ ਇੱਥੇ ਭਲੀ ਪ੍ਰਕਾਰ ਵੱਡੀ ਜੋ ਧਰਮਸ਼ਾਲਾ ਹੈ ਉਹ ਰਚ ਲੈਣਾ ਕਰੋ। ਈਰਖਾ ਪਰਖਾ ਛਰ ਕੋ ਹਰੇ। ਤੋ ਈਰਖਾ ਤੋ ਹੋਰ ਜਿਹੜੇ ਔਗਣ ਨੇ ਨਾ, ਉਹ ਛਲ ਆਦਿਕ, ਛਲ ਪ੍ਰੇਮ, ਧੋਖੇਬਾਜ਼ੀਆਂ, ਦਗੇਬਾਜ਼ੀਆਂ, ਇਹ ਆਪਣੇ ਹਿਰਦੇ ਦੇ ਵਿੱਚੋਂ ਨਾਸ਼ ਕਰ ਦੇਣਾ ਕਰੋ ਜੀ। ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ, ਜੋ ਬੜਾ ਸੁੰਦਰ ਅਸਥਾਨ ਹੈ, ਉੱਥੇ ਸਤਸ਼ੀਲ ਸੰਤੋਖ ਸ਼ਿਮਾ ਧਰਨੀ। ਸਤਿਗੁਰੂ ਜੀ ਕਹਿੰਦੇ ਕਿ ਸਤ ਪ੍ਰਤੱਗੀ ਹੋਣਾ, ਸੀਲ ਸੁਭਾਅ ਹੋਣਾ, ਠੰਡਾ ਨਿਮਰਤਾ ਵਾਲਾ ਕੋਮਲ ਸੁਭਾਅ ਹੋਣਾ। ਹਾਂਜੀ, ਜੋ ਕਿਸ ਪ੍ਰਕਾਰ ਸਤਿਗੁਰੂ ਜੀ ਨੇ ਗੁਣ ਦੱਸੇ ਨੇ। ਸਤਸ਼ੀਲ ਸੰਤੋਖ ਸ਼ਿਮਾ ਧਰਨੀ। ਸਤ ਪ੍ਰਤੱਗੀ, ਸੀਲ ਸੁਭਾਅ ਅਤੇ ਖਿਮਾ ਵਾਲਾ ਗੁਣ ਧਾਰਨ ਕਰਨਾ। ਇਸ ਪ੍ਰਕਾਰ ਜਿਹੜੇ ਸ੍ਰੇਸ਼ਟ ਗੁਣ ਨੇ ਨਾ, ਇਹ ਗੁਰੂ ਕੇ ਸਿੱਖ ਨੇ ਧਾਰਨ ਕਰਨ ਕੇ ਰੱਖਣੇ ਆਪਣੇ ਹਿਰਦੇ ਦੇ ਵਿੱਚ। ਹਰ ਲੋਲ ਪਤਾ ਕਰੁਣਾ ਕਰਨੀ। ਸਤਿਗੁਰੂ ਜੀ ਬਚਨ ਕਰਨੇ ਨੇ ਕਿ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਭਾਈ ਚੰਚਲਤਾਈ ਨਹੀਂ ਹੋਣੀ ਚਾਹੀਦੀ ਗੁਰੂ ਕੇ ਸਿੱਖ ਦੇ ਵਿੱਚ। ਗੁਰੂ ਕੇ ਸਿੱਖ ਦਾ ਸੁਭਾਅ ਗੰਭੀਰਤਾ ਵਾਲਾ ਅਤੇ ਸ਼ਾਂਤ ਸੁਭਾਅ ਹੋਣਾ ਚਾਹੀਦਾ ਹੈ। ਤੋ ਇਸ ਪ੍ਰਕਾਰ ਹਾਂਜੀ, ਫਿਰ ਦੁਬਾਰਾ ਉਹੀ ਪੰਕਤੀ। ਹਰ ਲੋਲ ਪਤਾ ਕਰੁਣਾ ਕਰਨੀ। ਤੋ ਜਿਹੜੀ ਚੰਚਲਤਾਈ ਹੈ ਉਹਨੂੰ ਨਾਸ਼ ਕਰਨਾ, ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰਨਾ। ਬਾਣੀ ਪੜ੍ਹ ਕੇ, ਨਾਮ ਅਭਿਆਸ ਕਰਕੇ, ਸੇਵਾ ਸਿਮਰਨ ਕਰਕੇ ਗੰਭੀਰਤਾ ਵਾਲਾ ਸੁਭਾਅ ਹੋਣਾ, ਜੋ ਚੰਚਲਤਾਈ ਨੂੰ ਨਾਸ਼ ਕਰਕੇ ਅਤੇ ਖਿਮਾ ਵਾਲਾ ਗੁਣ ਧਾਰਨ ਕਰਨਾ ਹੈ। ਹਰੇਕ ਦੇ ਉੱਪਰ ਦਇਆ ਕਰਨੀ ਹੈ। ਵੱਡੇ ਵੱਡੇ ਅਪਰਾਧੀਆਂ ਨੂੰ ਗੁਰੂ ਕਾ ਸਿੱਖ ਬਖਸ਼ ਦਿੰਦਾ ਹੈ, ਪਰ ਜੋ ਗੁਰੂ ਕੀ ਬੇਅਦਬੀ ਕਰੇ, ਗੁਰੂ ਨੂੰ, ਸਤਿਗੁਰੂ ਜੀ ਨੂੰ ਬੁਰਾ ਭਲਾ ਬੋਲੇ, ਉਹਨੂੰ ਕਦੇ ਨਹੀਂ ਮਾਫ ਕਰਨਾ ਐਸੇ ਦੁਸ਼ਟ ਨੂੰ। ਚਾਸ਼ ਹੇਰ ਸ਼ੁਦਾ ਤੁਰ ਦੇ ਅਸਨਾ। ਤੋ ਜਿਹੜਾ ਭੋਜਨ ਤੋਂ ਰਹਿਤ ਹੈ, ਭਾਵ ਕੇ ਭੁੱਖਾ ਹੈ, ਉਹਨੂੰ ਭੋਜਨ ਦੇਣਾ।
ਅਤੇ ਨਗਨ ਨੂੰ ਬਸਤਰ ਦੇਣੇ ਹਨ। ਨਗਨ ਅੰਦਰ ਕੋ ਦੀਜੇ ਬਸਨਾ, ਤੋ ਜਿਹੜੇ ਨਗਨ ਮਨੁੱਖ ਨੇ ਉਹਨਾਂ ਨੂੰ ਬਸਤਰ ਦੇਣੇ ਹਨ। ਮਿਲ ਸੰਤਨ ਕਾਲ ਬਤੀਤ ਕਰੋ, ਸੰਤ ਜਨਾਂ ਦੀ ਸਭਾ ਦੇ ਵਿੱਚ ਮਿਲ ਕੇ ਗੁਰੂ ਕਾ ਸਿੱਖ ਆਪਣਾ ਸਮਾਂ ਬਤੀਤ ਕਰਨਾ ਕਰੇ। ਭਵ ਸਾਗਰ ਕੋ ਨਿਰਸੰਸ ਤਰੋ, ਜਦੋਂ ਭਵ ਸਾਗਰ ਨੂੰ ਤਰਨਾ ਹੈ ਨਾ ਤੇ ਫਿਰ ਗੁਰੂ ਕਾ ਸਿੱਖ ਨਿਰਸੰਸ ਸੰਸੇ ਤੋਂ ਰਹਿਤ ਹੋ ਕੇ ਭਵ ਸਾਗਰ ਸੰਸਾਰ ਸਮੁੰਦਰ ਨੂੰ ਤਰ ਲਵੇਗਾ। ਸੁਨ ਕੈ ਉਪਦੇਸ਼ ਸੋ ਨਾਮ ਸਭੈ, ਸਾਰਿਆਂ ਨੇ ਹੀ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕੀਤਾ ਹੈ ਤੇ ਨਾਮ ਅਭਿਆਸ ਕਰਨ ਲੱਗੇ। ਕਰ ਬੰਦਹ ਬੰਧਨ ਕੀਨ ਤਬੈ, ਵਾਰ-ਵਾਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਦੇ ਨੇ। ਧਰਮਸਾਲ ਰਚੀ ਤਤਕਾਲ ਤਹ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਬੜੀ ਛੇਤੀ ਹੀ ਸਾਰਿਆਂ ਨੇ ਲੱਗ ਕੇ ਸਾਰੀ ਸੰਗਤ ਨੇ ਲੱਗ ਕੇ ਨਾਲ ਸੇਵਾ ਕਰਨ ਲੱਗੇ ਅਤੇ ਧਰਮਸ਼ਾਲਾ ਰਚ ਲਈ ਹੈ। ਅਰਬਿੰਦ ਬਿਲੋਚਨ ਬੈਸ ਜਹਾਂ, ਜਿਸ ਥਾਂ ਤੇ ਧਰਮਸ਼ਾਲਾ ਦੇ ਵਿੱਚ ਵੱਡੀ ਧਰਮਸ਼ਾਲਾ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠਦੇ ਨੇ। ਗਨ ਖਾਨ ਇਸੋ ਉਪਕਾਰ ਕਰਿਓ, ਤੋ ਗੁਣਾ ਦੀ ਖਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸਾ ਵੱਡਾ ਮਹਾਨ ਉਪਕਾਰ ਕੀਤਾ ਉਹਨਾਂ ਲੋਕਾਂ ਦੇ ਉੱਪਰ। ਕਰਤਾਰ ਭਜੇ ਸਭ ਦੇਸ਼ ਤਰੀਏ, ਸਾਰੇ ਹੀ ਦੇਸ਼ ਦੇ ਲੋਕ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਭਜਨ ਕਰਨ ਲੱਗੇ ਅਤੇ ਸਾਰੇ ਦੇਸ਼ ਦੇ ਲੋਕਾਂ ਨੂੰ ਤਾਰ ਦਿੱਤਾ ਇਹ ਨਾਮ ਦਾ ਅਭਿਆਸ ਕਰਵਾ ਕੇ। ਦਿਨ ਕੇਤਕ ਸ੍ਰੀ ਗੁਰ ਦੇਸ਼ ਤਿਸੀ, ਕਿੰਨੇ ਕੁ ਦੇਸ਼ ਉਸੇ ਹੀ ਦੇਸ਼ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਰਹੇ ਨੇ। ਨਰ ਕੀਨ ਉਧਾਰ ਰਹੇ ਸੋ ਜਸੀ, ਹਾਂਜੀ, ਜੋ ਸਤਿਗੁਰੂ ਜੀ ਦਾ ਜਸ ਬਹੁਤਾ ਜ਼ਿਆਦਾ ਫੈਲਿਆ ਅਤੇ ਅਨੇਕਾਂ ਮਨੁੱਖਾਂ ਦਾ ਉਧਾਰ ਕੀਤਾ ਹੈ ਸਤਿਗੁਰੂ ਜੀ ਨੇ ਸਿਮਰਨ ਭਜਨ ਕਰਵਾ ਕੇ। ਚਿਤਪਾਲ ਪ੍ਰਜਾ ਸਭ ਆਵਤ ਹੈ, ਰਾਜਾ ਉਥੋਂ ਦਾ ਰਾਜਾ ਤੇ ਜਿਹੜੀ ਪ੍ਰਜਾ ਦੇ ਲੋਕ ਨੇ ਆਮ ਲੋਕ ਵੀ ਬਹੁਤੇ ਜ਼ਿਆਦਾ ਆਉਂਦੇ, ਰਾਜਾ ਵੀ ਆਉਂਦਾ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਜੀ ਦੇ ਪ੍ਰਵਚਨ ਸੁਣਨ ਵਾਸਤੇ, ਜੋ ਸੰਗਤ ਕਰਨ ਵਾਸਤੇ ਰਾਜਾ ਆਉਂਦਾ ਹੈ ਬੜੇ ਭਾਵਨਾ ਦੇ ਸਹਿਤ। ਭਗ ਬੰਧਨ ਕੈ ਸੁਖ ਪਾਵਤ ਹੈ, ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਸਾਰੇ ਹੀ ਸੁਖ ਪ੍ਰਾਪਤ ਕਰਦੇ ਨੇ। ਸੁਨ ਸ਼੍ਰੀ ਮੁਖ ਤੇ ਸੁਖਵੰਤ ਗਿਰਾ, ਸਤਿਗੁਰੂ ਜੀ ਦੇ ਸੁਭਾਈਮਾਨ ਮੁਖਾਰ ਬਿਨ ਤੋਂ ਸੁਖਦਾਇਕ ਬਚਨ ਸੁਣ ਕੇ ਬੜੇ ਨਿਹਾਲ ਹੁੰਦੇ ਨੇ। ਸਭ ਕੋਰ ਪ੍ਰੇਮ ਕੇ ਸੰਗ ਭਰਾ, ਸਾਰਿਆਂ ਦੇ ਹਿਰਦੇ ਪ੍ਰੇਮ ਦੇ ਨਾਲ ਲਬਾ ਲਬ ਭਰ ਗਏ ਨੇ ਉੱਪਰ ਤੱਕ। ਸਿਮਰਹਿ ਹਰਿ ਨਾਮਹਿ ਪ੍ਰੀਤ ਕਰੈ, ਬੜੇ ਪ੍ਰੀਤੀ ਦੇ ਸਹਿਤ ਪ੍ਰੇਮ ਦੇ ਸਹਿਤ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੇ ਨੇ ਲੋਕ ਉੱਥੋਂ ਦੇ। ਮਿਲ ਆਪਸ ਮੈਂ ਬਹੁ ਭਾਉ ਤਰੈ, ਆਪਸ ਦੇ ਵਿੱਚ ਮਿਲ ਕੇ ਬਹੁਤਾ ਜ਼ਿਆਦਾ ਪ੍ਰੇਮ ਰੱਖਦੇ ਨੇ। ਜਦੋਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਪ੍ਰਵਿਰਤ ਹੋਈਏ ਤੇ ਫਿਰ ਆਪਸੀ ਪ੍ਰੇਮ ਵੀ ਬਹੁਤਾ ਜ਼ਿਆਦਾ ਵੱਧਦਾ ਹੈ। ਜਦੋਂ ਪ੍ਰਮਾਤਮਾ ਦੀ ਭਗਤੀ ਤੋਂ ਵਾਂਝੇ ਹੋਈਏ ਤੇ ਫਿਰ ਇੱਕ ਦੂਸਰੇ ਦੇ ਨਾਲ ਈਰਖਾ ਹੀ ਉਤਪੰਨ ਹੁੰਦੀ ਹੈ। ਇਸ ਕਰਕੇ ਪ੍ਰਮਾਤਮਾ ਦੀ ਭਗਤੀ ਦੇ ਵਿੱਚੋਂ ਹੀ ਆਪਸੀ ਪ੍ਰੇਮ ਨਿਕਲਦਾ ਹੈ। ਦੋਹਰਾ ਰਾਹਕ ਪੂਰਬ ਸਿੱਖ ਜੋ ਬੋਲੀਏ ਦੈ ਕਰ ਬੰਦ, ਜਿਹੜਾ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਚਰਨ ਕਮਲ ਦੇ ਵਿੱਚ ਕਿਰਸਾਨ ਆਇਆ ਸੀ ਨਾ, ਕਿਸਾਨ ਜਿਹੜਾ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆਇਆ। ਕੁਦਰਤ ਕੋ ਕੁਛ ਪਤਾ ਮੁਝ ਦਰਸਾਵ ਹੋ ਸੁਖ ਕੰਦ, ਉਹਨੇ ਸਤਿਗੁਰੂ ਜੀ ਦੇ ਪਾਸੋਂ ਬਚਨ ਸੁਣੇ ਸੀ ਕਿ ਭਾਈ ਕੁਦਰਤ ਦੇ ਦਰਸ਼ਨ ਫੇਰ ਕਰਵਾਵਾਂਗੇ। ਪਹਿਲਾਂ ਖੇਤੀ ਬੀਜੋ, ਸ਼ਰਧਾ ਧਾਰ ਕੇ ਖੇਤੀ ਬੀਜੋ, ਫਸਲ ਬੀਜੋ ਤੇ ਜਦੋਂ ਫਸਲ ਹਰੀ ਭਰੀ ਹੋ ਗਈ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਕੁਦਰਤ ਦਾ ਕ੍ਰਿਸ਼ਮਾ ਦਿਖਾਵਾਂਗੇ। ਕੁਦਰਤ ਦੀ ਜਿਹੜੀ ਕਲਾ ਹੈ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਦੀ ਕਲਾ ਫੇਰ ਦਿਖਾਵਾਂਗੇ ਤੁਹਾਨੂੰ। ਸੰਕਰ ਛੰਦ ਸੁਨ ਕਰ ਤਿਹ ਕੇ ਬਚ ਗੁਰ ਨਾਨਕ ਕਰੀ ਗਿਰਾ ਉਚਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਕਿਸਾਨ ਦੇ ਬਚਨ ਸੁਣ ਕੇ ਤੇ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਸੁਭਾਈਮਾਨ ਮੁਖਾਰ ਬਿਨ ਤੋਂ ਬਚਨ ਉਚਾਰਨ ਕੀਤੇ ਨੇ। ਜਾਹੋ ਖੇਤ ਮਹਿ ਬੂਟ ਉਪਾਰ ਹੋ, ਹਾਂਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਖੇਤ ਦੇ ਵਿੱਚ ਜਾਓ ਤੇ ਜਿਹੜੇ ਬੂਟੇ ਉੱਗੇ ਨੇ ਨਾ ਉਹਨਾਂ ਨੂੰ ਪਟਣਾ ਕਰੋ। ਦੇਖੋ ਕੁਦਰਤ ਭਾਰ ਤੋ ਭਾਰੀ ਪਰਮਾਤਮਾ ਵਾਹਿਗੁਰੂ ਜੀ ਦੀ ਜੋ ਕਲਾ ਹੈ, ਕੁਦਰਤ ਹੈ,
ਇਲਾਹੀ ਕੁਦਰਤ ਵਰਸ ਰਹੀ ਹੈ ਜੋ ਪਰਮਾਤਮਾ ਵਾਹਿਗੁਰੂ ਜੀ ਦੀ, ਉਹ ਦੇਖਣਾ ਕਰੋ ਜੀ। ਆਚਰਜ ਜਿਹ ਕੋ ਰੂਪ ਲਖਿਅਤ। ਹਾਂਜੀ ਵਿਸ਼ਰਾਮ ਸੇ। ਆਚਰਜ ਜਿਹ ਕੋ ਰੂਪ ਲਖਿਅਤ, ਸਕੈ ਕੌਣ ਨਾ ਚੀਨ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਹੈਰਾਨੀ ਜਨਕ ਪਰਮਾਤਮਾ ਵਾਹਿਗੁਰੂ ਜੀ ਦੀ ਕੁਦਰਤ ਦਾ ਰੂਪ ਹੈ। ਕੁਦਰਤ ਹੈ ਨਾ ਜਿਹੜੀ, ਉਹ ਬੜੀ ਹੈਰਾਨੀ ਜਨਕ ਹੈ। ਇਸੇ ਕਰਕੇ ਹੀ ਵਾਹੇ ਨਾਮ ਅਚਰਜ ਕੋ ਹੋਈ। ਵਾਹੇ ਕਹਿੰਦੇ ਹਨ ਅਚਰਜ ਨੂੰ, ਤੇ ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਹਿਰਦੇ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਗੁਰੂ ਕਹਿੰਦੇ ਨੇ। ਤੋ ਅਚਰਜ ਜਿਹ ਕੋ ਰੂਪ, ਜਿਸ ਕੁਦਰਤ ਦਾ ਰੂਪ ਅਚਰਜ ਹੈ ਤੇ ਜਾਣਿਆ ਨਹੀਂ ਜਾਂਦਾ। ਕੌਣ ਜਾਣ ਸਕਦਾ ਹੈ ਪੂਰਨ ਤੌਰ ਤੇ? ਕੁਦਰਤ ਨੂੰ ਪੂਰਨ ਤੌਰ ਤੇ ਕੋਈ ਵੀ ਨਹੀਂ ਜਾਣ ਸਕਦਾ। ਦੇਖ ਕੇ, ਭਰੋਸਾ ਕਰਕੇ, ਸ਼ਰਧਾ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਸਦਾ ਵਾਸਤੇ। ਸੁਰ ਨਰ ਅਸੁਰ ਅਹ ਤਰਹਿ ਤਾਕੇ, ਉਰਦ ਜਿਨ ਇਹ ਕੀਨ। ਹਾਂਜੀ, ਜਿੰਨੇ ਵੀ ਹਿਰਦੇ ਦੇ ਵਿੱਚ ਸ਼ਰਧਾ ਧਾਰਨ ਕੀਤੀ, ਸੂਰ ਨਾਰ ਦੇਵਤੇ ਉਹ ਤਰ ਜਾਂਦੇ ਨੇ। ਉਹ ਭਾਵੇਂ ਮਾਤ ਲੋਕ ਦੇ ਉੱਪਰ ਲੋਕ ਹੋਣ ਤੇ ਭਾਵੇਂ ਦੇਵੀ ਦੇਵਤੇ ਤੇ ਜਾਂ ਆਕਾਸ਼ ਦੇ ਵਿੱਚ ਵਸਣ ਵਾਲੇ ਲੋਕ ਹੋਣ, ਭਾਵ ਕੇ ਸਾਰੇ ਹੀ ਤਰ ਜਾਂਦੇ ਨੇ ਜਿੰਨੇ ਵੀ ਸ਼ਰਧਾ ਧਾਰਨ ਕੀਤੀ ਹੈ ਪ੍ਰਮਾਤਮਾ ਦੀ ਕੁਦਰਤ ਦੇ ਉੱਪਰ। ਨਿਜ ਕਾਨ ਸੁਨ ਮਤਬਾਨ ਮਾਨਵ, ਖੇਤ ਮਹਿ ਤਬ ਜਾਏ। ਤੋ ਸਤਿਗੁਰੂ ਜੀ ਦੇ ਸੁਭਾਇਮਾਨ ਮੁਖਾਰ ਬਿਨ ਤੋਂ ਬਚਨ ਸੁਣ ਕੇ ਸ੍ਰੇਸ਼ਟ ਮਤ ਵਾਲਾ, ਭਾਵਨਾ ਵਾਲਾ ਜੋ ਕਿਸਾਨ ਹੈ ਨਾ, ਉਹ ਆਪਣੇ ਖੇਤ ਦੇ ਵਿੱਚ ਚਲਾ ਗਿਆ ਹੈ। ਗੋ ਧੂਮ ਬੂਟ ਉਖਾਰ ਦੇਖਿਓ, ਰਹਿਓ ਔਰ ਬਿਸਮਾਏ। ਜਿਹੜਾ ਕਣਕ ਦੇ ਬੂਟੇ ਉੱਗੇ ਸਨ, ਉਹਨਾਂ ਨੂੰ ਉਖਾੜ ਕੇ ਦੇਖਿਆ ਹੈ। ਉਹਨਾਂ ਨੂੰ ਕਣਕ ਦੇ ਬੂਟਿਆਂ ਨੂੰ ਪੱਟ ਕੇ ਦੇਖਿਆ ਤੇ ਹੈਰਾਨ ਹੋ ਗਿਆ ਹੈ ਕਿਸਾਨ। ਇਹ ਸਤਿਗੁਰੂ ਜੀ ਦਾ ਅਚਰਜ ਅਤੇ ਹੈਰਾਨੀ ਜਨਕ ਕੌਤਕ ਦੇਖ ਕੇ। ਅੰਗਾਰ ਅਗਨੀ ਅਰਨ ਦੀਸਤ, ਤੇਜ ਨਹਿ ਸਹਿ ਜਾਏ। ਤੋ ਉਹਨਾਂ ਬੂਟਿਆਂ ਦੇ ਥੱਲੇ ਅੱਗ ਦੇ ਅੰਗਿਆਰ ਤੇਜ ਦਿਖਾਈ ਦਿੰਦੇ ਨੇ। ਇਵੇਂ ਲੱਗਦਾ ਹੈ ਕਿ ਇਹਨਾਂ ਬੂਟਿਆਂ ਦੇ ਥੱਲੇ ਅੱਗ ਬਲ ਰਹੀ ਹੈ ਅਤੇ ਬਹੁਤੇ ਜ਼ਿਆਦੇ ਅੰਗਿਆਰ ਨੇ, ਬਹੁਤੇ ਜ਼ਿਆਦੇ ਜੋ ਅੱਗ ਹੈ ਇਹਨਾਂ ਬੂਟਿਆਂ ਦੇ ਥੱਲੇ। ਇਵੇਂ ਲੱਗ ਰਿਹਾ ਹੈ ਕਿ ਕੋਲੇ ਰੱਖੇ ਹੋਏ ਨੇ। ਇਸ ਪ੍ਰਕਾਰ ਉਹਨੂੰ ਦਿਖਾਈ ਦੇ ਰਿਹਾ ਹੈ। ਜਦੋਂ ਉਹਨੇ ਕਣਕ ਦੇ ਵਿੱਚ ਜਾ ਕੇ ਬੂਟੇ ਪੱਟ ਕੇ ਦੇਖੇ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਸੀ ਕਿ ਭਾਈ ਗੁਰਸਿੱਖਾ, ਜੇ ਤੂੰ ਕੁਦਰਤ ਦੇਖਣਾ ਚਾਹੁੰਦਾ ਹੈ ਨਾ, ਕਾਦਰ ਦੀ ਕੁਦਰਤ ਦਾ ਕਮਾਲ ਦੇਖਣਾ ਚਾਹੁੰਦਾ ਹੈ, ਤੇ ਫਿਰ 4 ਕੋ ਬੂਟੇ ਪੱਟ ਕੇ ਦੇਖ। ਜਦੋਂ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਕਣਕ ਦੇ ਬੂਟੇ ਪੱਟੇ ਨੇ ਤੇ ਕੀ ਦੇਖਿਆ ਹੈ ਕਿ ਅੱਗ ਦੇ ਅੰਗਿਆਰ ਨੇ ਉਹਨਾਂ ਬੂਟਿਆਂ ਦੇ ਥੱਲੇ। ਇਵੇਂ ਲੱਗਦਾ ਹੈ ਕਿ ਜਿਵੇਂ ਕੋਲੇ ਬਹੁਤੇ ਜ਼ਿਆਦੇ ਮਗ ਰਹੇ ਹੋਣ, ਉਹਨਾਂ ਦਾ ਸੇਕ ਝੱਲਿਆ ਨਹੀਂ ਜਾਂਦਾ। ਸਭ ਲੋਕ ਹੈਰਨ ਹੇਤ ਦੌਰੇ, ਬਹੁਤ ਜਿਨ ਮਨ ਚਾਏ। ਤੋ ਜਿਹੜੇ ਕੁਦਰਤ ਦੇ ਦੇਖਣ ਦੇ ਚਾਹਵਾਨ ਸਨ, ਉਹ ਸਾਰੇ ਹੀ ਕਿਸਾਨ ਦੇ ਕਹੇ ਤੋਂ ਦੇਖਣ ਵਾਸਤੇ ਦੌੜ ਪਏ ਨੇ। ਇਹ ਕੁਦਰਤ ਦਾ ਕ੍ਰਿਸ਼ਮਾ, ਕੁਦਰਤ ਦੀ ਕਮਾਲ। ਹੇਰ ਹੇਰ ਆਚਰਜ ਮਨ ਹੈ, ਅਗਨ ਪਰ ਪਿਖ ਖੇਤ। ਤੋ ਸਭ ਕੁਝ ਇਹ ਦੇਖ ਕੇ ਕਿ ਥੋੜੇ ਜਿਹੇ ਬੂਟੇ ਪੱਟ ਕੇ ਹਰੇਕ ਕਿਸੇ ਦੀ ਦੇਖਣ ਦੀ ਇੱਛਾ ਹੈ। ਤੋ ਜਿੱਥੋਂ ਜੇ ਉਹ ਕਿਸਾਨ ਨੇ ਬੂਟੇ ਪੱਟੇ ਨੇ ਨਾ, ਉਥੋਂ ਸਾਰੇ ਹੀ ਦੇਖ ਰਹੇ ਨੇ ਬੂਟੇ ਪੱਟ ਕੇ, ਤੇ ਉਹਨਾਂ ਬੂਟਿਆਂ ਦੇ ਥੱਲੇ ਅੱਗ ਦੇ ਅੰਗਿਆਰ ਨੇ, ਕੋਲੇ ਹੀ ਕੋਲੇ ਦਿਖਾਈ ਦਿੰਦੇ ਨੇ। ਉੱਪਰ ਹਰੀ ਭਰੀ ਖੇਤੀ ਹੈ। ਤੋ ਥੋੜਾ ਸਮਾਂ ਪਹਿਲਾਂ, ਇੱਕ ਦਿਨ ਪਹਿਲਾਂ ਮੀਂਹ ਵੀ ਪਿਆ ਸੀ। ਤੋ ਗੁਰੂ ਕੇ ਪਿਆਰਿਓ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦਾ ਕ੍ਰਿਸ਼ਮਾ ਐਸਾ ਦਿਖਾਇਆ ਹੈ। ਇਸੇ ਕਰਕੇ ਤਾਂ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹਾਂਜੀ, ਜਿਹੇ ਸ਼ੁਭਤ ਜਰਹੀ ਦਾਰ ਦਰਤ, ਸਭ ਹਰੀ ਭੀ ਕਹਿ ਹੇਤ। ਤੋ ਇੱਕ ਪਾਸੇ ਤਾਂ ਉਹਨਾਂ ਉਸ ਹਰੀ ਭਰੀ ਖੇਤੀ ਦੇ ਥੱਲੇ
ਜੋ ਅੱਗ ਦੇ ਘੋਲੇ ਨੇ, ਬਹੁਤੇ ਜ਼ਿਆਦੇ ਸੇਕ ਜਿਨ੍ਹਾਂ ਦਾ ਸਹਿਆ ਨਹੀਂ ਜਾਂਦਾ, ਤੇ ਉੱਪਰ ਹਰੀ ਭਰੀ ਖੇਤੀ ਹੋ ਰਹੀ ਹੈ। ਇਹ ਕਮਾਲ ਦਾ ਕ੍ਰਿਸ਼ਮਾ ਦੇਖਿਆ ਹੈ। ਹਾਂਜੀ, ਫੇਰ ਦੁਬਾਰਾ ਪੜਿਓ, ਕਿਹੜੀ ਪੰਕਤੀ? ਜਿਹੇ ਸ਼ੁਭਤ ਜਰਹੀ ਦਾਰ ਦਰਤ ਸਭ ਹਰੀ ਭੀ ਕਹਿ ਹੇਤ। ਤੋ ਇੱਕ ਪਾਸੇ ਤਾਂ ਉੱਪਰ ਹਰੀ ਭਰੀ ਖੇਤੀ ਹੈ ਤੇ ਥੱਲੇ ਜੋ ਅੱਗ ਦੇ ਅੰਗਿਆਰ ਨੇ, ਕੋਲੇ ਨੇ, ਪਰ ਉਹ ਖੇਤੀ ਜਲਦੀ ਨਹੀਂ ਹੈ, ਸੜਦੀ ਨਹੀਂ ਹੈ। ਇਹ ਪ੍ਰਮਾਤਮਾ ਦੀ ਕੁਦਰਤ ਹੈ। ਕਰਤਾਰ ਕੁਦਰਤ ਅਤ ਬਲਿਸ਼ਟ ਹੈ ਕੀਨ ਅਚਰਜ ਬਾਤ। ਤੋ ਸਤਿਗੁਰੂ ਜੀ ਨੇ ਇਹ ਹੈਰਾਨੀਜਨਕ ਕੌਤਕ ਦਿਖਾ ਦਿੱਤਾ ਹੈ। ਲੋਕ ਕਹਿੰਦੇ ਨੇ ਕਿ ਕਰਤਾਰ ਦੀ ਕੁਦਰਤ ਬੜੀ ਮਹਾਨ ਹੈ। ਇਹ ਐਸਾ ਕੌਤਕ ਪਹਿਲਾਂ ਕਦੇ ਨਹੀਂ ਦੇਖਿਆ ਅਸੀਂ। ਹੈ ਅਗਨ ਉਪਰ ਕ੍ਰਿਸ਼ ਬ੍ਰਿਤਤ ਹਰੀ ਬਹੁ ਜਿਹ ਪਾਤ। ਤੋ ਹਰੀ ਭਰੀ ਖੇਤੀ ਅੱਗ ਦੇ ਉੱਪਰ ਹੀ ਪੈਦਾ ਹੋ ਰਹੀ ਹੈ। ਹਰੇ ਭਰੇ ਪੱਤੇ ਹਨ ਅਤੇ ਹਰੀ ਭਰੀ ਖੇਤੀ ਬੜੇ ਸੁੰਦਰ ਤਰੀਕੇ ਦੇ ਨਾਲ ਹੋ ਰਹੀ ਹੈ। ਇਹ ਇੱਕ ਪਰਮਾਤਮਾ ਦੀ ਕਲਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ। ਕਰਤਾਰ ਬਹੁਰ ਲਿਖਾਏ ਕੁਦਰਤ ਸਤਨਾਮ ਜਪਾਏ। ਤੋ ਕਰਤਾਰ ਦੀ ਕੁਦਰਤ ਨੂੰ ਦਿਖਾ ਕੇ ਸਤਨਾਮ ਵਾਹਿਗੁਰੂ ਦਾ ਨਾਮ ਜਪਾ ਦਿੱਤਾ ਹੈ। ਉਹਨਾਂ ਸਾਰੇ ਹੀ ਲੋਕਾਂ ਦੇ ਪਾਸੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਦਇਆ ਕੀਤੀ ਹੈ। ਕਰ ਧਰਮਸ਼ਾਲਾ ਗ੍ਰਾਮ ਗ੍ਰਾਮ ਹੈ ਨਾਮ ਦਾਨ ਦ੍ਰਿੜਾਏ। ਉਹ ਦੇਸ਼ ਦੇ ਵਿੱਚ, ਮੁਨਾਫਕ ਦੇਸ਼ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਜੋ ਵੀ ਲੋਕ ਆਏ ਨੇ ਨਾ, ਰਾਜਾ ਵੀ ਆਇਆ ਅਤੇ ਹੋਰ ਜਿਹੜੇ ਨੇੜੇ ਤੇੜੇ ਦੇ ਨਗਰ ਨੇ, ਨਗਰਾਂ ਦੇ ਲੋਕ ਨੇ, ਆਮ ਲੋਕ ਵੀ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆਉਣ ਲੱਗੇ। ਸਤਿਗੁਰੂ ਜੀ ਦੀ ਮਹਿਮਾ ਸੁਣ ਕੇ ਆਉਣ ਲੱਗੇ ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜਿਹੜੇ ਲੋਕ ਬਹੁਤੇ ਜ਼ਿਆਦਾ ਦੂਰ ਨੇ ਨਾ, ਉਹ ਆਪੋ ਆਪਣੇ ਨਗਰਾਂ ਦੇ ਵਿੱਚ ਧਰਮਸ਼ਾਲਾ ਰਚ ਕੇ ਉੱਥੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਨਾਮ ਜਪਦਿਆਂ ਹੋਇਆਂ ਹੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰਦਿਆਂ ਹੋਇਆਂ ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ RAM। ਖੇਤੀ ਕਰੋ, ਵਣਜ ਕਰੋ, ਵਪਾਰ ਕਰੋ, ਪਰ ਸਭ ਕੁਝ ਕਰਦਿਆਂ ਹੋਇਆਂ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਧਿਆਉਣਾ ਹੈ। ਉਹ ਪ੍ਰਮਾਤਮਾ ਦੀ ਕੁਦਰਤ ਤੋਂ ਬਲਿਹਾਰ ਜਾਈਏ ਸਦਾ ਵਾਸਤੇ। ਬੇਅੰਤ ਹੈ ਉਹ ਪ੍ਰਮਾਤਮਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਤਬ ਕੀਨ ਦੇਸ਼ ਪਵਿੱਤਰ ਸਗਰੋ ਲੱਗੇ ਕੀਰਤ ਗਾਨ। ਸਾਰੇ ਹੀ ਦੇਸ਼ ਨੂੰ ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਕਲਾ ਦਿਖਾ ਕੇ, ਸਤਨਾਮ ਵਾਹਿਗੁਰੂ ਦਾ ਨਾਮ ਜਪਾ ਕੇ ਸਾਰੇ ਦੇਸ਼ ਨੂੰ ਪਵਿੱਤਰ ਕਰ ਦਿੱਤਾ ਹੈ। ਲੋਕ ਪ੍ਰਮਾਤਮਾ ਦਾ ਨਾਮ ਜਪਣ ਲੱਗੇ, ਭਗਤੀ ਕਰਨ ਲੱਗੇ ਨੇ, ਸਾਰੇ ਹੀ ਲੋਕ ਧਰਮੀ ਹੋ ਗਏ। ਸ਼ੁਭ ਚੱਲੀ ਰੀਤ ਪੁਨੀਤ ਸਿੱਖੀ ਸਤਿਗੁਰੂ ਕੁਰਬਾਨ। ਤੋ ਸਾਰੇ ਹੀ ਮੁਨਾਫਕ ਦੇਸ਼ ਦੇ ਵਿੱਚ ਸਿੱਖੀ ਦੀ ਰੀਤੀ, ਜਿਹੜੀ ਭਲੀ ਰੀਤੀ ਹੈ, ਉਹ ਚੱਲ ਪਈ ਅਤੇ ਸਾਰੇ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੁਰਬਾਨ ਜਾਣ ਲੱਗੇ ਨੇ। ਨਰ ਕਰਹਿ ਕੀਰਤ ਪ੍ਰੀਤ ਯੁਤ ਉਰ ਧਰੀ ਸ਼ਰਦਾ ਨਾਮ। ਤੋ ਸਾਰੇ ਹੀ ਪ੍ਰੀਤੀ ਦੇ ਸਹਿਤ, ਸਾਰੇ ਲੋਕ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੇ ਨਾਮ ਦੀ ਆਰਾਧਨਾ ਕਰਦੇ ਨੇ। ਨਾਮ ਦੀ ਆਰਾਧਨਾ ਕਰਕੇ ਪ੍ਰੇਮ ਦੇ ਸਹਿਤ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜਦੇ। ਪਰਮ ਦਾ ਅਪ ਵਰਗ ਸੁਮਰਨ ਧਰਮ ਅਰਥ ਹੈ ਕਾਮ। ਤੋ ਸਤਿਗੁਰੂ ਜੀ ਦਾ ਪ੍ਰਯੋਜਨ ਕੀ ਹੈ ਕਿ ਨਾਮ ਜਪਾ ਕੇ, ਭਗਤੀ ਦੇ ਵਿੱਚ ਲਾ ਕੇ ਅਤੇ ਜੀਵਾਂ ਦਾ ਉਧਾਰ ਕਰਨਾ, ਲੋਕ ਪ੍ਰਲੋਕ ਸੁਧਾਰ ਦੇਣਾ, ਇਹ ਸਤਿਗੁਰੂ ਜੀ ਦਾ ਪ੍ਰਯੋਜਨ ਹੈ, ਸਤਿਗੁਰੂ ਜੀ ਦਾ ਨਿਸ਼ਾਨਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਕਿਰਪਾ ਕੀਤੀ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਤਰੇ ਪਤਿਤ ਅਨੇਕ। ਜਿਸ ਨਾਮ ਨੂੰ ਜਪ ਕੇ ਸੁੱਖਾਂ ਦਾ ਘਰ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਅਨੇਕਾਂ ਹੀ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਿਆ ਜਿਸ ਨਾਮ ਦਾ ਸਦਕਾ। ਜੋ ਗੈਨ ਛੋਨੀ ਨਾਗ ਸਦਨਾ ਬ੍ਰਹਮ ਅੰਡਹਿ ਟੇਕ। ਤੋ ਐਸਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ, ਪਰਮਾਤਮਾ ਦਾ ਨਾਮ ਜੋ ਗੈਨ ਛੋਨੀ ਨਾਗ ਸਦਨਾ ਭਾਵ ਕੇ
ਆਕਾਸ਼ ਦੇ ਵਿੱਚ ਵਸਣ ਵਾਲੇ ਲੋਕ ਛੋਨੀ ਧਰਤੀ ਦੇ ਉੱਪਰ ਅਤੇ ਜਿਹੜੇ ਨਾਗ ਲੋਕ ਦੇ ਵਿੱਚ ਵਸਣ ਵਾਲੇ ਲੋਕ ਨੇ। ਫਿਰ ਇਸੇ ਹੀ ਤਰ੍ਹਾਂ ਬ੍ਰਹਿਮੰਡ ਅੰਡਹ ਟੇਕ ਤੋਂ ਜਿਹੜੇ ਬ੍ਰਹਿਮੰਡ ਨੇ ਨਾ ਉਹਨਾਂ ਦੀ ਵੀ ਟੇਕ ਹੈ, ਉਹ ਵੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਆਸਰੇ ਹਨ। ਭਾਵ ਕਿ ਜੋ ਆਕਾਸ਼ ਦੇ ਵਿੱਚ, ਪ੍ਰਿਥਵੀ ਦੇ ਵਿੱਚ ਅਤੇ ਨਾਗ ਲੋਕ, ਜਿੱਥੇ ਨਾਗ ਲੋਕ ਵਸਦੇ ਹਨ ਉੱਥੇ ਵੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਆਸਰਾ, ਸਾਰੇ ਬ੍ਰਹਿਮੰਡਾਂ ਦਾ ਆਸਰਾ ਹੈ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ। ਬਚਨ ਕਰਦੇ ਨੇ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕੋ ਦਾਤਾਰੇ, ਪ੍ਰਤਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤਿਹ ਕੋ ਮੁਨਾਫਕ ਨਾਮ ਪੂਰਬ, ਫੇਰ ਸਤਿਗੁਰ ਦੀਨ। ਤੋ ਸਤਿਗੁਰੂ ਜੀ ਨੇ ਉਹ ਦੇਸ਼ ਦਾ ਨਾਮ ਮੁਨਾਫਕ ਦੇਸ਼ ਰੱਖ ਦੇਣਾ ਕੀਤਾ ਹੈ। ਪੁਨ ਦੇਸ਼ ਸਵਾਲਿਓ ਰਾਖਿਓ, ਕਰ ਰੀਤ ਰੁਚਿਰ ਨਵੀਨ। ਪਹਿਲਾਂ ਉਹ ਦੇਸ਼ ਦਾ ਨਾਮ ਸੀ ਮੁਨਾਫਕ, ਫਿਰ ਸਵਾਲਿਓ ਰੱਖ ਦਿੱਤਾ ਹੈ ਸਤਿਗੁਰੂ ਜੀ ਨੇ, ਸੋਹਣਾ ਦੇਸ਼ ਰੱਖ ਦਿੱਤਾ ਹੈ, ਕਿਉਂਕਿ ਪਰਮਾਤਮਾ ਦੀ ਭਗਤੀ ਤੋਂ ਹੀਣੇ ਸਨ ਉੱਥੋਂ ਦੇ ਲੋਕ, ਤੇ ਉਹਨਾਂ ਨੂੰ ਭਗਤੀ ਕਰਵਾ ਕੇ ਜੇ ਸਾਫ਼ ਕਾਗਜ਼ ਦੇ ਉੱਪਰ ਲਿਖੀਏ ਨਾ ਕੁਝ ਤੇ ਬਹੁਤ ਸੁੰਦਰ ਲਿਖਿਆ ਜਾਂਦਾ ਹੈ। ਉੱਥੋਂ ਦੇ ਲੋਕ ਪਰਮਾਤਮਾ ਦੀ ਭਗਤੀ ਤੋਂ ਸਾਫ਼ ਸੀ, ਭੋਲੇ ਲੋਕ ਸਨ, ਪਰਮਾਤਮਾ ਦੀ ਭਗਤੀ ਨਹੀਂ ਸਨ ਕਰਦੇ। ਤੋ ਉੱਥੋਂ ਦੇ ਲੋਕਾਂ ਨੂੰ ਜਦੋਂ ਸਤਿਗੁਰੂ ਜੀ ਨੇ ਨਾਮ ਜਪਾਇਆ, ਭਗਤੀ ਸੇਵਾ ਸਿਮਰਨ ਦੇ ਵਿੱਚ ਲਾਇਆ ਤੇ ਬੜੇ ਸੁੱਧ ਹਿਰਦੇ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨ ਲੱਗ ਪਏ ਨੇ। ਇਸ ਭਾਂਤ ਕਰ ਉਪਕਾਰ ਤਿਨ ਪਰ, ਚਲਨ ਮਨਸਾ ਕੀਨ। ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਉਪਕਾਰ ਕਰਕੇ ਤੇ ਸਤਿਗੁਰੂ ਜੀ ਨੇ ਚਲਨ ਦੇ ਤਿਆਰੇ ਕਰ ਲਏ ਨੇ। ਭਵ ਸੇਤ ਕੀਰਤ ਕਰਨ ਧਰਨੀ, ਜਾਹੇ ਸਿੱਖ ਸੁਖ ਦੀਨ। ਐਸੇ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਸੰਸਾਰ ਸਮੁੰਦਰ ਭਵਜਲ ਸੰਸਾਰ ਸਮੁੰਦਰ ਦੇ ਉੱਪਰ ਸਤਿਗੁਰੂ ਜੀ ਨੇ ਪੁਲ ਕਿਹੜਾ ਬੰਨਿਆ ਹੈ? ਨਾਮ ਦਾ ਪੁਲ ਬੰਨਿਆ ਹੈ, ਪਰਮਾਤਮਾ ਦਾ ਜਸ ਕਰਨ ਦਾ ਪੁਲ ਬੰਨਿਆ ਹੈ। ਕਹਿਣ ਤੋਂ ਭਾਵ ਕਿ ਪਰਮਾਤਮਾ ਦਾ ਜਸ ਕਰਕੇ, ਨਾਮ ਜਪ ਕੇ ਜੀਵ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਨੇ। ਕਰ ਭੂਪ ਪਰਜਾ ਪਰ ਖੁਸ਼ੀ, ਗੁਰ ਗਏ ਆਨ ਅਸਥਾਨ। ਰਾਜੇ ਦੇ ਉੱਪਰ ਅਤੇ ਪਰਜਾ ਦੇ ਉੱਪਰ ਖੁਸ਼ੀ ਕਰਕੇ, ਖੁਸ਼ੀਆਂ ਬਖਸ਼ ਕੇ, ਪਰਮਾਤਮਾ ਦੀ ਭਗਤੀ ਦੇ ਵਿੱਚ ਲਾ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਅੱਗੇ ਸਥਾਨ ਦੇ ਉੱਪਰ ਗਏ ਨੇ। ਪਸਚਾਤ ਨਰ ਝੂਰਤ ਹਿਰਦੈ, ਤਬ ਰਹੇ ਹਮ ਅਨਜਾਨ। ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਚਲੇ ਗਏ, ਪਿੱਛੋਂ ਉੱਥੋਂ ਦੇ ਲੋਕ ਝੂਰਦੇ ਨੇ ਕਿ ਸਤਿਗੁਰੂ ਜੀ ਦੀ ਸੇਵਾ ਅਸੀਂ ਰੱਜ ਕੇ ਨਹੀਂ ਕੀਤੀ, ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੀ ਸੇਵਾ ਨਹੀਂ ਕੀਤੀ। ਹਜੇ ਤੱਕ ਤਾਂ ਅਸੀਂ ਸਤਿਗੁਰੂ ਜੀ ਦੀ ਸੇਵਾ ਕਰਕੇ ਤ੍ਰਿਪਤ ਨਹੀਂ ਸੀ ਹੋਏ, ਸਤਿਗੁਰੂ ਜੀ ਪਹਿਲਾਂ ਹੀ ਚਲੇ ਗਏ ਨੇ। ਕਰ ਸੇਵ ਤਿਨ ਕੀ ਤ੍ਰਿਪਤ, ਭੇਨ ਹੈ ਪਾਏ ਦਰਸ ਅਮੋਲ। ਤੋ ਅਮੋਲਕ ਸਤਿਗੁਰੂ ਜੀ ਦੇ ਅਮੋਲਕ ਦਰਸ਼ਨ ਹੋਏ, ਬੜੇ ਸਮੇਂ ਤੋਂ ਬਾਅਦ ਭਾਗਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਹੋਏ ਸਨ। ਸਤਿਗੁਰੂ ਜੀ ਦੀ ਸੇਵਾ ਕਰਕੇ ਤ੍ਰਿਪਤ ਨਹੀਂ ਸੀ ਹੋਏ, ਪਰ ਸਤਿਗੁਰੂ ਜੀ ਪਹਿਲਾਂ ਹੀ ਚਲੇ ਗਏ ਨੇ। ਭਜ ਸ਼ਰਨ ਗੁਰ ਸੰਤੋਖ ਸਿੰਘ, ਨਿਤ ਪਾਏ ਆਨੰਦ ਅਡੋਲ। ਕਵੀ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਕਿ ਗੁਰੂ ਕੇ ਸਿੱਖੋ, ਨਿਤਾ ਪ੍ਰਤੀ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਆਰਾਧਨਾ ਕਰਦੇ ਰਹੀਏ, ਜਿਸ ਕਰਕੇ ਲੋਕ ਪਰਲੋਕ ਦਾ ਆਨੰਦ ਪ੍ਰਾਪਤ ਹੋਵੇਗਾ। ਜਦੋਂ ਗੁਰੂ ਕੇ ਚਰਨਾਂ ਦੀ ਆਰਾਧਨਾ ਕਰਦੇ ਰਹੀਏ, ਉਹੀ ਤਰਲਾ ਲਈਏ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਆਪ ਜੀ ਦਾ ਨਾਮ ਹਿਰਦੇ ਦੇ ਵਿੱਚੋਂ ਵਿਸਰੇ ਨਾ, ਸਦਾ ਵਾਸਤੇ ਆਪ ਜੀ ਦੇ ਨਾਮ ਦੀ ਆਰਾਧਨਾ ਕਰਦੇ ਰਹੀਏ, ਉੱਚਾ ਸੁੱਚਾ ਜੀਵਨ ਹੋਵੇ, ਜਿਸ ਕਰਕੇ ਗੁਰਸਿੱਖੀ ਦੇ ਵਿੱਚ ਪਰਪੱਕ ਹੋ ਕੇ ਅਤੇ ਆਪ ਜੀ ਦੇ ਚਰਨਾਂ ਦੀ ਸੇਵਾ ਕਰਦੇ ਰਹੀਏ, ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਸੇਵਾ ਕਰਦੇ ਰਹੀਏ ਜੀ, ਕਿਰਪਾ ਕਰੋ। ਦੋਹਰਾ ਪਿੰਗਲ ਪਰਬਤ ਪਰ ਚੜੈ, ਗੰਗ ਹੋਏ ਬਾਚਾਲ। ਕਵੀ ਜੀ ਨੇ ਅੱਗੇ ਵਾਲਾ ਪ੍ਰਸੰਗ ਆਰੰਭ ਕਰਦਿਆਂ ਹੋਇਆਂ ਇਹ ਇੱਕ ਮੰਗਲ ਕੀਤਾ ਹੈ
ਕਹਿੰਦੇ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਤੇ ਜਿਹੜਾ ਪਿੰਗਲਾ ਹੈ ਨਾ, ਪਿੰਗਲਾ ਜਿਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਤੁਰਿਆ ਨਹੀਂ ਜਾਂਦਾ, ਤੇ ਉਹ ਪਰਬਤ ਦੇ ਉੱਪਰ ਚੜ੍ਹ ਸਕਦਾ ਹੈ। ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ। ਜਿਹੜਾ ਮੂਰਖ ਹੈ ਉਹ ਚਤੁਰ ਹੋ ਸਕਦਾ ਹੈ। ਜਿਵੇਂ ਛੱਜੂ ਝੂਰ ਦੇ ਸਿਰ ਦੇ ਉੱਪਰ ਸਤਿਗੁਰੂ ਜੀ ਨੇ ਆਪਣੀ ਕਿਰਪਾ ਰੂਪ ਛਟੀ ਰੱਖ ਕੇ ਕਿਰਪਾ ਕਰਕੇ ਛੱਜੂ ਝੂਰ ਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਿੱਤੇ ਸਨ। ਜਿਹੜਾ ਲਾਲ ਪੰਡਿਤ ਸੀ ਨਾ, ਉਹ ਗੀਤਾ ਦੇ ਅਰਥ ਸੁਣ ਕੇ ਹੈਰਾਨ ਹੋ ਗਿਆ ਕਿ ਮੈਂ ਪੜ੍ਹੇ ਬੜੇ ਨੇ ਗੀਤਾ ਦੇ ਅਰਥ, ਪਰ ਜਿਹੜੇ ਆ ਛੱਜੂ ਝੂਰ ਨੇ ਕਰ ਦਿੱਤੇ ਨੇ, ਇਹ ਸਾਡੇ ਸਾਰੇ ਪਿੰਡ ਦਾ ਪਾਣੀ ਢੋਇਆ ਕਰਦਾ ਸੀ, ਮੰਗ ਮੰਗ ਕੇ ਰੋਟੀ ਖਾਇਆ ਕਰਦਾ ਸੀ। ਬਸਤਰ ਇਹਦੇ ਫਟੇ ਹੋਏ, ਕਦੇ ਇਹਨੇ ਇਸ਼ਨਾਨ ਨਹੀਂ ਸੀ ਕੀਤਾ, ਲਿਬੜਿਆ ਤਿਬੜਿਆ ਸਦਾ ਵਾਸਤੇ ਰਹਿੰਦਾ ਸੀ। ਇਹਨੂੰ ਬੋਲਣਾ ਵੀ ਨਹੀਂ ਸੀ ਆਉਂਦਾ, ਇਹਨੂੰ ਸੁਣਦਾ ਨਹੀਂ ਸੀ। ਸਤਿਗੁਰੂ ਜੀ ਨੇ ਕੈਸੀ ਕਿਰਪਾ ਕਰ ਦਿੱਤੀ ਹੈ ਇਹਦੇ ਉੱਤੇ, ਐਸੀ ਕਲਾ ਵਰਤਾਈ ਸਤਿਗੁਰੂ ਜੀ ਨੇ। ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਸਤਿਗੁਰੂ ਜੀ ਨੇ ਛੱਜੂ ਝੂਰ ਦੇ ਪਾਸੋਂ ਅਰਥ ਕਰਵਾ ਦਿੱਤੇ ਸਨ। ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ। ਖਾਲ ਮੂਰਖ ਨੂੰ ਚਤਰ ਕਰ ਦਿੱਤਾ ਸਤਿਗੁਰੂ ਜੀ ਨੇ। ਤੇ ਗੁੰਗ ਹੋਏ ਬਾਚਾਰ, ਅੱਧੀ ਪੰਕਤੀ ਐਵੇਂ ਲਿਖੀ ਹੈ ਨਾ, ਪਿੰਗਲ ਪਰਬਤ ਪਾਰ ਪਰੇ ਗੁੰਗ ਹੋਏ ਬਾਚਾਰ। ਤੇ ਗੁੰਗਾ ਐਵੇਂ ਬੋਲਣ ਲੱਗ ਪੈਂਦਾ ਹੈ ਜਿਵੇਂ ਉਹਦੀਆਂ 4 ਜ਼ੁਬਾਨਾਂ ਹੋਣ। ਕਾਇਰ ਹੈ ਭਟ ਜੈ ਤਰੈ ਕਰੈ ਜੇ ਕਿਰਪਾ ਕਿਰਪਾਲ। ਜਿਹੜਾ ਕਾਇਰ ਹੈ ਨਾ, ਉਹ ਸੂਰਮਾ ਬਣ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿਸ ਦੇ ਅੰਦਰ ਬਹੁਤ ਜ਼ਿਆਦਾ ਕਾਇਰਤਾ ਹੈ, ਬਹੁਤ ਜ਼ਿਆਦਾ ਹਿਰਦਾ ਡਰਦਾ ਹੈ, ਥਰ ਥਰ ਕੰਬਦਾ ਹੈ, ਉਹਦੇ ਉੱਪਰ ਸਤਿਗੁਰੂ ਜੀ ਜੇ ਕਿਰਪਾ ਕਰ ਦੇਣ ਤੇ ਉਹ ਫਿਰ ਸੂਰਮਾ ਬਣ ਸਕਦਾ ਹੈ। ਕਾਇਰ ਹੋਇ ਭਟ ਜੇ ਧਰੈ ਕਰੈ ਜੇ ਕਿਰਪਾ ਕਿਰਪਾਲ। ਜੇ ਕਿਰਪਾਲੂ ਸਤਿਗੁਰੂ ਜੀ, ਕਿਰਪਾਲੂ ਪ੍ਰਮਾਤਮਾ ਵਾਹਿਗੁਰੂ ਜੀ ਕਿਰਪਾ ਕਰਨ ਤੇ ਉਹ ਕਾਇਰ ਸੂਰਮਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਹੀ ਇਹ ਸਭ ਕੁਝ ਹੁੰਦਾ ਹੈ। ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ। ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਾਧੂ ਸਤਿਗੁਰੂ ਜੀ ਦੇ ਸੰਗਤ ਦੀ ਮਹਿਮਾ ਇੰਨੀ ਵੱਡੀ ਮਹਾਨ ਹੈ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਅਨੇਕਾਂ ਹੀ ਦੇਸ਼ਾਂ ਦਾ ਜੋ ਉਧਾਰ ਕੀਤਾ ਹੈ। ਜਿਹੜੇ ਰਾਜੇ ਮਹਾਰਾਜੇ ਤੇ ਜਾਂ ਧਰਮ ਦੇ ਪ੍ਰਚਾਰਕ ਜੀਵਾਂ ਨੂੰ ਪੁੱਠੇ ਰਾਹ ਪਾ ਰਹੇ ਸਨ, ਉਹਨਾਂ ਦੇ ਉੱਪਰ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਅਸੀਂ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਆ। ਗੁਰੂ ਕੇ ਸ਼ਬਦ ਦੀ ਵਿਚਾਰ ਕਰਦਿਆਂ, ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪਿੰਗਲ ਪਰਬਤ ਪਰ ਚੜੈ ਗੰਗ ਹੋਏ ਬਾਚਾਲ। ਕਾਇਰ ਹੈ ਭਟ ਜੈ ਤਰੈ ਕਰੈ ਜੇ ਕਿਰਪਾ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।